ਰੋਜ਼ਾਨਾ ਲੋਕ ਨਾਲ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅੱਜ ਦੀਆਂ ਕੁਝ ਅਹਿਮ ਤੇ ਖਾਸ ਖਬਰਾਂ ਤੇ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਕਾਰ ਇੱਕ ਵਾਰ ਫਿਰ ਤੋਂ ਜੰਗ ਛਿੜ ਗਈ ਹੈ। ਕੀ ਇਹ ਜੰਗ ਛਿੜੀ ਹੈ ਤੇ ਹੁਣ ਕੀ ਕੁਝ ਹੋਇਆ ਹੈ, ਇਸ ਪੂਰੀ ਖਬਰ ਤੇ ਵਿਚਾਰ ਚਰਚਾ ਕਰਾਂਗੇ। ਤੇ ਅਗਲੀ ਖਬਰ ਤੇ ਗੱਲਬਾਤ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਮੁਸ਼ਕਲਾਂ 'ਚ ਘਿਰਦੇ ਹੋਏ ਦਿਖਾਈ ਦੇ ਰਹੇ ਨੇ। ਵਿਰੋਧੀ ਧਿਰਾਂ ਨੇ ਇਲਜ਼ਾਮ ਲਗਾਇਆ ਕਿ ਕੇਂਦਰ ਦੇ ਵੱਲੋਂ ਭੇਜੀ ਵੈਕਸੀਨ ਦੇ ਵਿੱਚ ਘਪਲਾ ਹੋ ਰਿਹਾ ਹੈ, ਉਦੋਂ ਮਹਿੰਗੇ ਭਾਅ ਤੇ ਵੇਚਣ ਦਾ ਧੰਦਾ ਹੋ ਰਿਹਾ ਹੈ। ਖਾਸ ਕਰਕੇ ਇਲਜ਼ਾਮ ਲੱਗ ਰਹੇ ਨੇ ਪੰਜਾਬ ਦੇ ਸਿਹਤ ਮੰਤਰੀ ਦੇ ਉੱਪਰ, ਬਲਵੀਰ ਸਿੰਘ ਸਿੱਧੂ ਦੇ ਉੱਪਰ। ਕੀ ਕੁਝ ਇਹ ਖਬਰ ਹੈ ਤੇ ਕਿਸ ਤਰੀਕੇ ਦੇ ਨਾਲ ਘਪਲੇ ਦੇ ਇਲਜ਼ਾਮ ਲੱਗੇ ਨੇ, ਕੇਂਦਰ ਦਾ ਇਹਦੇ ਉੱਤੇ ਕੀ ਕਹਿਣਾ ਹੈ ਤੇ ਕਿਸ ਤਰੀਕੇ ਦੀ ਸਫਾਈ ਦਿੱਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ, ਇਹਨਾਂ ਪੂਰੀਆਂ ਖਬਰਾਂ ਤੇ ਗੱਲਬਾਤ ਕਰਾਂਗੇ। ਤੇ ਗੱਲਬਾਤ ਲਈ ਮੇਰੇ ਨਾਲ ਮੌਜੂਦ ਰਹਿਣਗੇ ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ, ਇੱਕ ਪਾਸੇ ਤਾਂ ਜਿਹੜਾ ਹੈਗਾ ਕਾਂਗਰਸ ਹਾਈ ਕਮਾਨ ਦੇ ਵੱਲੋਂ 3 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਜਿਹੜੀ ਆਪਸ ਦੇ ਵਿੱਚ ਇਹਨਾਂ ਦਾ ਕਾਟੋ ਕਲੇਸ਼ ਪੰਜਾਬ ਕਾਂਗਰਸ ਦੇ ਵਿੱਚ ਛਿੜਿਆ ਹੋਇਆ ਉਹਨੂੰ ਖਤਮ ਕਰਨ ਦੇ ਲਈ, ਕਿ ਭਾਈ ਤੁਸੀਂ ਦੂਜੇ ਦੇ ਉੱਪਰ ਹੁਣ ਬਿਆਨਬਾਜ਼ੀਆਂ ਕਰੋ ਬੰਦ, ਹੁਣ ਕਮਾਨ ਸਾਂਭ ਲਈ ਅਸੀਂ ਦੇਖਾਂਗੇ ਕਿ ਕੌਣ ਗਲਤ ਹੈ ਤੇ ਕੌਣ ਸਹੀ ਹੈ, ਕਿਹਨੂੰ ਕਿੱਥੇ ਕਿੱਥੇ ਰੱਖਣਾ। ਉਹ ਹਲੇ ਜਾਂਚ ਰਿਪੋਰਟ ਦੇ ਉੱਪਰ ਫੈਸਲਾ ਨਹੀਂ ਹੋਇਆ, ਹਲੇ ਪੂਰਨ ਤਰੀਕੇ ਦੇ ਨਾਲ ਕਹਿੰਦੇ ਅੱਜ ਜਾਂ ਕੱਲ ਹਲੇ ਰਿਪੋਰਟ ਜਿਹੜੀ ਆ ਉਹ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਕੋਲ ਪਹੁੰਚਣੀ ਹੈ। ਪਰ ਉਸ ਤੇ ਫੈਸਲਾ ਤਾਂ ਬਾਅਦ ਚ ਆਉਣਾ ਹਲੇ, ਪਰ ਉਸ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਜਿਹੜੇ ਪੋਸਟਰ ਵਾਰ ਹੋਣੀ ਸ਼ੁਰੂ ਹੋ ਚੁੱਕੀ ਹੈ। ਆਪਾਂ ਦੇਖਿਆ ਕਿ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ NSUI ਦੇ ਵੱਲੋਂ ਪੋਸਟਰ ਲਾਏ ਗਏ, ਨਵਜੋਤ ਸਿੰਘ ਸਿੱਧੂ ਦੇ ਹਲਕੇ ਦੇ ਵਿੱਚ ਲਾਏ ਗਏ ਉੱਥੇ। ਤਾਂ ਉਧਰੋਂ ਹੁਣ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਦੇ ਵਿੱਚ, ਜਿੱਥੇ ਉਹਨਾਂ ਦੀ ਵਿਧਾਨ ਸਭਾ ਹਲਕਾ ਹੈ, ਉੱਥੇ ਉਹ ਪੋਸਟਰ ਲੱਗੇ ਨੇ। ਕਿਵੇਂ ਦੇਖਦੇ ਹੋ ਕਿ ਇੱਕ ਦੂਜੇ ਦੇ ਹਲਕੇ 'ਚ ਇੱਕ ਘੁਸਪੈਠ ਕਰਨੀ, ਕਿਸ ਤਰੀਕੇ ਦੇ ਨਾਲ ਦੇਖਦੇ ਹੋ ਇਸ ਪੂਰੀ ਖਬਰ ਨੂੰ? ਕਿਉਂਕਿ ਜਿੱਥੇ ਹਾਈਕਮਾਂਡ ਰੋਕ ਰਹੀ ਹੈ ਤਾਂ ਦੂਜੇ ਪਾਸੇ ਇਹ ਦੁਬਾਰਾ ਤੋਂ ਜੰਗ ਜਿਹੜੀ ਸ਼ੁਰੂ ਹੋ ਗਈ ਹੈ। ਸੁਖਵਿੰਦਰ ਜੀ, ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਕਾਂਗਰਸ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਕਾਟੋ ਕਲੇਸ਼ ਚੱਲ ਰਿਹਾ ਹੈ ਔਰ ਇਹ ਕਾਟੋ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਵੇਲੇ ਜਿਵੇਂ ਤੁਸੀਂ ਕਿਹਾ ਕਿ ਇੱਕ ਗੱਲ ਖਤਮ ਹੁੰਦੀ ਹੈ, ਦੂਜੀ ਸ਼ੁਰੂ ਹੋ ਜਾਂਦੀ ਹੈ। ਔਰ ਤੁਸੀਂ ਦੇਖਿਆ ਕਿ ਪਿਛਲੇ ਲਗਭਗ ਕਈ ਦਿਨਾਂ ਤੋਂ ਦਿੱਲੀ ਦੇ ਵਿੱਚ ਮੰਥਨ ਚੱਲ ਰਿਹਾ ਸੀਗਾ, ਜਿਹਦੇ ਵਿੱਚ ਵਿਧਾਇਕ ਗਏ, ਜਿਹਦੇ ਵਿੱਚ ਮਿਨਿਸਟਰ ਗਏ, ਜਿਹਦੇ ਵਿੱਚ ਇੱਥੋਂ ਤੱਕ ਕਿ CM ਸਾਹਿਬ ਨੂੰ ਜਾਣਾ ਪੈ ਗਿਆ ਔਰ ਪੇਸ਼ੀ ਉਹਨਾਂ ਦੀ ਪਈ। ਔਰ ਵੱਡੀ ਗੱਲ ਇਹ ਹੋਈ ਉਸ ਮੀਟਿੰਗ ਦੇ ਵਿੱਚ ਕਿ ਬਹੁਤੇ ਲੋਕਾਂ ਨੇ, ਬਹੁਤੇ ਵਿਧਾਇਕਾਂ ਨੇ, ਚਾਹੇ ਉਹ ਮਾਲਵੇ ਦੇ ਹੋਣ, ਚਾਹੇ ਉਹ ਮਾਝੇ ਦੇ ਹੋਣ, ਚਾਹੇ ਦੁਆਬੇ ਦੇ ਹੋਣ, ਉਹਨਾਂ ਨੇ ਕੈਪਟਨ ਸਾਹਿਬ ਦੇ ਖਿਲਾਫ ਜਿਹੜੀ ਸੀਗੀ ਸਾਰੀ ਭੜਾਸ ਕੱਢੀ ਉੱਥੇ ਜਾ ਕੇ। ਉਹਨਾਂ 'ਚ ਬਹੁਤੇ ਜਿਹੜੇ ਨੇ, ਆਪਾਂ ਨੂੰ ਪਤਾ ਹੈ ਕਿ ਇੱਕ ਵੱਡੀ ਲਿਸਟ ਉਹਨਾਂ ਦੀ ਮੌਜੂਦ ਹੈ ਇਸ ਵੇਲੇ। ਔਰ ਇਹ ਗੱਲ ਹਜੇ ਰੁਕਣ ਦਾ ਨਾਮ ਨਹੀਂ ਸੀ ਲੈ ਰਹੀ ਕਿ ਉਸ ਤੋਂ ਬਾਅਦ ਇੱਕ ਪੋਸਟਰ ਵਾਰ, ਜਿਵੇਂ ਤੁਸੀਂ ਕਿਹਾ, ਉਹ ਜੰਗ ਸ਼ੁਰੂ ਹੋ ਜਾਂਦੀ ਹੈ। ਇੱਥੋਂ ਇਹੀ ਲੱਗ ਰਿਹਾ ਕਿ ਦੋਨੋਂ ਗਰੁੱਪ ਇੱਕ ਦੂਜੇ ਦੀ ਜਿਹੜੀ ਹੈਗੀ ਤਾਕਤ ਨੂੰ ਪਰਖਣ ਦੀ ਕੋਸ਼ਿਸ਼ ਕਰ ਰਹੇ ਨੇ, ਇੱਕ ਦੂਜੇ ਦੇ ਉੱਤੇ ਆਪਣੀ ਤਾਕਤ ਜਿਹੜੀ ਹੈਗੀ ਆ ਅਜ਼ਮਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਜਿਵੇਂ ਤੁਸੀਂ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ NSUI, ਜਿਹੜੀ ਕਿ ਨੈਸ਼ਨਲ ਸਟੂਡੈਂਟਸ ਆਫ ਇੰਡੀਆ ਜਿਹਨੂੰ ਕਿਹਾ ਜਾਂਦਾ ਹੈ, ਔਰ ਇਹ ਕਾਂਗਰਸ ਦਾ ਇੱਕ ਵਿਦਿਆਰਥੀ ਵਿੰਗ ਮੰਨਿਆ ਜਾਂਦਾ ਹੈ, ਸਟੂਡੈਂਟਸ ਵਿੰਗ ਮੰਨਿਆ ਜਾਂਦਾ। ਉਹਦੇ ਵੱਲੋਂ ਕੈਪਟਨ ਸਾਹਿਬ ਦੇ ਹੱਕ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੇ ਸੀਗੇ ਪੋਸਟਰ ਲੱਗੇ ਔਰ ਉਹਦੇ ਜਵਾਬ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ OSD ਕੈਪਟਨ ਅਮਰਿੰਦਰ ਸਿੰਘ ਦੇ OSD ਆਫੀਸਰ ਔਨ ਸਪੈਸ਼ਲ ਡਿਊਟੀ ਸਰਦਾਰ ਸੰਦੀਪ ਸਿੰਘ ਬਰਾੜ, ਜਿਹੜੇ ਕਿ ਫਰੀਦਕੋਟ ਦੇ ਨੇ, ਉਹਨਾਂ ਨੇ ਫਰੀਦਕੋਟ ਦੇ ਵਿੱਚ ਬਕਾਇਦਾ ਤੌਰ ਤੇ ਜਿਹੜੇ ਨੇ ਇਸੇ ਤਰ੍ਹਾਂ ਦੇ ਪੋਸਟਰ ਜਿਹੜੇ ਨੇ ਉਹ ਲਗਾਏ ਨੇ। ਅੱਜ ਵੱਡੀ ਨਿਊਜ਼ ਹੈ ਅਖਬਾਰਾਂ ਦੀ। ਔਰ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪਟਿਆਲੇ ਦੇ ਵਿੱਚ ਵੀ ਇਹ ਜਿਹੜੀ ਹੈਗੀ ਹੈ ਜੰਗ ਜਾਰੀ ਚੱਲ ਰਹੀ ਹੈ ਪੋਸਟਰਾਂ ਦੀ। ਸੋ ਇੱਥੋਂ ਹੀ ਲੱਗ ਰਿਹਾ ਕਿ ਇਹ ਜਿਹੜੀ ਫੁੱਟ ਹੈ ਕਾਂਗਰਸ ਦੀ, ਇਹ ਮਿਟਣ ਦਾ ਨਾਮ ਨਹੀਂ ਲੈ ਰਹੀ। ਔਰ ਇਹ ਅਖੀਰ ਨੂੰ ਕੀ ਹੋਏਗਾ ਕਿ 2022 ਦੀਆਂ ਚੋਣਾਂ ਦੇ ਵਿੱਚ ਇਸ ਫੁੱਟ ਦਾ ਜਿਹੜਾ ਹੈਗਾ ਵੱਡਾ ਅਸਰ ਤੁਹਾਨੂੰ ਦਿਖਾਈ ਦੇਗਾ। ਔਰ ਵੱਖ-ਵੱਖ ਜਿਹੜੇ ਕਾਂਗਰਸ ਦੇ ਗਰੁੱਪ ਨੇ ਉਹਨਾਂ ਦੇ ਵਿੱਚ ਜਿਹੜੀਆਂ ਆਪਸੀ 2022 ਤੋਂ ਪਹਿਲਾਂ ਡਾਕਟਰ ਸਾਹਿਬ ਇਹ ਜਿਹੜਾ ਸਾਰਾ ਕੁਝ ਛਿੜਿਆ ਹੀ ਹੋਇਆ, ਪਰ ਬਿਲਕੁਲ ਇਸ ਤਰੀਕੇ ਦੇ ਨਾਲ ਰੋਕਣ ਲੱਗੀ ਹੋਈ ਹੈ। ਹਾਈ ਕਮਾਨ ਦੇ ਵੱਲੋਂ 3 ਮੈਂਬਰੀ ਜਿਹੜੀ ਕਮੇਟੀ ਬਣਾਈ ਗਈ, ਉਹਦੀ ਹਲੇ ਰਿਪੋਰਟ ਆਉਣੀ ਹੈ। ਰਿਪੋਰਟ ਆਉਣ ਤੋਂ ਪਹਿਲਾਂ ਦੁਬਾਰਾ ਤੋਂ ਇੱਕ ਤਰੀਕੇ ਦੇ ਨਾਲ ਇਹ ਜੰਗ ਛਿੜ ਜਾਣੀ,
ਇਹਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇਹ ਪਹਿਲਾਂ ਤਾਂ ਚਲੋ ਨਵਜੋਤ ਸਿੰਘ ਸਿੱਧੂ ਟਵੀਟ ਕਰਕੇ ਕਰ ਰਹੇ ਸੀਗੇ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੀ ਪਲਟਵਾਰ ਕਰਨ ਲੱਗ ਗਏ, ਫਿਰ ਕੈਪਟਨ ਅਮਰਿੰਦਰ ਸਿੰਘ ਚੁੱਪ ਕਰ ਗਏ। ਹੁਣ ਇੱਕ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਇਹ ਇੱਕ ਹੀ ਸਲੋਗਨ ਦਿੱਤਾ ਜਾ ਰਿਹਾ ਕਿ ਕੈਪਟਨ ਇੱਕ ਹੀ ਹੁੰਦਾ ਹੈ, ਤਾਂ ਕੈਪਟਨ ਅਮਰਿੰਦਰ ਸਿੰਘ ਦੀ ਉੱਤੇ ਫੋਟੋ ਹੈ, ਤਾਂ ਜਿਹੜੀ ਸ਼ੁਰੂਆਤ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੀਤੀ ਗਈ ਹੈ, ਕਿਤੇ ਨਾ ਕਿਤੇ ਸਿੱਧਾ ਚੈਲੰਜ ਹੈ ਹਾਈ ਕਮਾਨ ਨੂੰ, ਕਿਤੇ ਨਾ ਕਿਤੇ ਬੁਖਲਾਹਟ ਤਾਂ ਨਹੀਂ ਇਹ ਕਿ ਮੇਰੀ ਹਾਈ ਕਮਾਨ ਵਾਲੇ ਪਾਸੇ ਤਾਂ ਨਹੀਂ ਚੱਲ ਰਹੀ, ਪੰਜਾਬ ਦੇ ਵਿੱਚ ਇਦਾਂ ਦੇ ਪੋਸਟਰ ਲਗਵਾ ਕੇ ਹਾਈ ਕਮਾਨ ਨੂੰ ਇੱਕ ਰਿਪੋਰਟ ਆਉਣ ਤੋਂ ਪਹਿਲਾਂ ਵੱਖਰਾ ਸੁਨੇਹਾ ਦੇ ਦਈਏ? ਦੇਖੋ, ਵੱਖਰਾ ਸੁਨੇਹਾ ਦੇਣ ਦੀ ਬਜਾਏ ਮੈਨੂੰ ਇਹ ਲੱਗਦਾ ਕਿ ਇਹ ਪਾਰਟੀ ਦੇ ਵਿੱਚ ਅਨੁਸ਼ਾਸਨਹੀਨਤਾ ਹੈ। ਜੇਕਰ ਪਾਰਟੀ ਕਿਸੇ ਵੀ ਪਾਰਟੀ ਦੇ ਵਿੱਚ ਅਨੁਸ਼ਾਸਨਹੀਨਤਾ ਜਦੋਂ ਇਦਾਂ ਦੀ ਵੱਧ ਜਾਏ ਤਾਂ ਉਹਦੇ ਵਿੱਚ ਆਪਸੀ ਖਾਨਾ ਜੰਗੀ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹ ਵੱਧ ਜਾਂਦੀਆਂ ਨੇ। ਸੋ ਇਹੀ ਗੱਲ ਇਸ ਵੇਲੇ ਕਾਂਗਰਸ ਦੇ ਵਿੱਚ ਨਜ਼ਰ ਆ ਰਹੀ ਹੈ। ਇਹਦੇ ਵਿੱਚ ਆਪਸੀ ਖਾਨਾ ਜੰਗੀ ਜਿਹੜੀ ਹੈਗੀ ਹੈ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਹੈ, ਔਰ ਇੱਕ ਦੂਜੇ ਨੂੰ ਛੋਟਾ ਦਿਖਾਉਣ, ਕਿਸੇ ਨੂੰ ਵੱਡਾ ਦਿਖਾਉਣ, ਕਿਸੇ ਨੂੰ ਖੁੱਡੇ ਲਾਈਨ ਲਾਉਣ, ਕਿਸੇ ਨੂੰ ਹਾਈਲਾਈਟ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਇਹ ਅਕਸਰ ਚੱਲਦੀਆਂ ਰਹੀਆਂ ਨੇ ਔਰ ਹੁਣ ਵੀ ਚੱਲ ਰਹੀਆਂ ਨੇ। ਔਰ ਇਹਦੇ ਵਿੱਚੋਂ ਨੁਕਸਾਨ ਜਿਹੜੀ ਮੈਂ ਗੱਲ ਕਰ ਰਿਹਾ ਕਿ ਇਹਦੇ ਵਿੱਚ 22 ਦੇ ਵਿੱਚ ਬਹੁਤ ਵੱਡਾ, 22 ਤੋਂ ਪਹਿਲਾਂ, ਕਿਉਂਕਿ ਇਸ ਵੇਲੇ ਬਹੁਤਾ ਸਮਾਂ ਨਹੀਂ ਰਿਹਾ। ਵੱਡੀ ਗੱਲ ਇਹ ਆ ਕਿ ਜੇ ਤਾਂ ਹੁੰਦਾ ਨਾ ਸਮਾਂ ਕਿ ਸਾਡੇ ਕੋਲੇ ਸਾਲ 2 ਸਾਲ ਕਾਂਗਰਸ ਕੋਲੇ ਹੁੰਦੇ ਕਿ ਉਹਦੇ ਵਿੱਚ ਇਹਨਾਂ ਚੀਜ਼ਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਸੀਗਾ, ਪਰ ਇਸ ਵੇਲੇ ਨਾ ਤਾਂ ਹਾਈ ਕਮਾਂਡ ਦੀ ਮੰਨੀ ਜਾ ਰਹੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ, ਨਾ ਹੀ ਜਿਹੜੇ ਕੈਪਟਨ ਸਾਹਿਬ ਨੇ, ਮੁੱਖ ਮੰਤਰੀ ਨੇ, ਉਹਨਾਂ ਦੀ ਕੋਈ ਗੱਲ ਮੰਨੀ ਜਾ ਰਹੀ ਹੈ। ਸਗੋਂ ਕੈਪਟਨ ਸਾਹਿਬ ਇੱਥੋਂ ਇਹ ਲੱਗ ਰਿਹਾ ਕਿ ਜਦੋਂ OSD ਸਾਹਿਬ ਸੰਦੀਪ ਬਰਾੜ ਜੀ ਪੋਸਟਰ ਲਾ ਰਹੇ ਨੇ, ਇਹਦਾ ਮਤਲਬ ਕਿਤੇ ਨਾ ਕਿਤੇ ਕੈਪਟਨ ਸਾਹਿਬ ਦੀ ਉਹਦੇ ਵਿੱਚ ਭਾਗੀਦਾਰੀ ਜਿਹੜੀ ਹੈਗੀ ਆ ਉਹਦੇ ਵਿੱਚ ਦਖਲ-ਅੰਦਾਜ਼ੀ ਨਜ਼ਰ ਆ ਰਹੀ ਹੈ ਸਿੱਧੇ ਤੌਰ ਤੇ। ਸੋ ਇੱਥੋਂ ਇਹੀ ਲੱਗ ਰਿਹਾ ਕਿ ਕੈਪਟਨ ਸਾਹਿਬ ਦੀ ਬੁਖਲਾਹਟ, ਜਿਵੇਂ ਆਪਾਂ ਨੂੰ ਪਤਾ ਹੈ ਕਿ ਜਦੋਂ ਉਹ ਬਾਹਰ ਆਏ ਸੀਗੇ 3 ਮੈਂਬਰੀ ਕਮੇਟੀ ਤੋਂ, ਤਾਂ ਉੱਥੋਂ ਲੱਗ ਰਿਹਾ ਸੀਗਾ ਕਿ ਕੈਪਟਨ ਸਾਹਿਬ ਨੂੰ ਇਹ ਪਤਾ ਲੱਗ ਗਿਆ ਕਿ ਮੇਰੀ ਇਸ ਵੇਲੇ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਮੇਰਾ ਜਿਹੜਾ ਗ੍ਰਾਫ ਸੀਗਾ ਬਹੁਤ ਅੱਗੇ ਚਲਾ ਗਿਆ ਸੀਗਾ ਐਜ਼ ਏ ਮੁੱਖ ਮੰਤਰੀ ਦੇ ਤੌਰ ਤੇ, ਉਹ ਗ੍ਰਾਫ ਹੁਣ ਡਿੱਗਦਾ ਨਜ਼ਰ ਆ ਰਿਹਾ। ਸੋ ਉਸ ਬੁਖਲਾਹਟ ਦੇ ਵਿੱਚੋਂ ਕੈਪਟਨ ਸਾਹਿਬ ਇਦਾਂ ਦੇ ਜਿਹੜੇ ਨੇ ਘਟੀਆ ਤਰੀਕੇ ਅਪਣਾ ਰਹੇ ਨੇ। ਮੈਨੂੰ ਨਹੀਂ ਲੱਗਦਾ ਕਿ ਜਿਹੜਾ ਵੱਡਾ ਬੰਦਾ ਹੁੰਦਾ ਹੈ ਕੋਈ ਇਦਾਂ ਦੀ ਉਹਨੂੰ ਆਪਣੀ ਜਿਹੜੀ ਸ਼ੋਭਾ ਹੈ, ਆਪਣੀ ਪ੍ਰਸਿੱਧੀ ਹੈ, ਆਪਣੇ ਜਿਹੜੇ ਦੂਸਰੇ ਬੰਦਿਆਂ ਤੋਂ ਤੁਹਾਨੂੰ ਕਰਾਉਣੀ ਪੈਂਦੀ ਹੈ, ਤੁਹਾਨੂੰ ਇਹ ਦੱਸਣਾ ਪੈਂਦਾ ਕਿ ਕੈਪਟਨ ਇੱਕੋ ਹੀ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਜੇ ਕੈਪਟਨ ਸਾਹਿਬ ਵਧੀਆ ਤਰੀਕੇ ਨਾਲ ਵਾਗਡੋਰ ਸੰਭਾਲਦੇ, ਆਪਣੇ ਵਾਅਦੇ ਪੂਰੇ ਕਰਦੇ ਔਰ ਲੋਕਾਂ ਦੇ ਨਾਲ ਖੜੇ ਰਹਿੰਦੇ, ਪੰਜਾਬ ਦੇ ਵਿੱਚ ਆਉਂਦੇ, ਪੰਜਾਬ ਦੇ ਇਸ ਮਹਾਮਾਰੀ ਦੌਰ ਦੇ ਵਿੱਚ ਲੋਕਾਂ ਦੇ ਵਿੱਚ ਜਾਂਦੇ, ਗਰਾਊਂਡ ਜ਼ੀਰੋ ਤੇ ਜਾਂਦੇ, ਹਸਪਤਾਲਾਂ 'ਚ ਜਾਂਦੇ, ਉੱਥੇ ਪਤਾ ਲੈਂਦੇ ਕਿ ਵੈਕਸੀਨ ਦਾ ਕੀ ਹਾਲ ਹੈ, ਉੱਥੇ ਪਤਾ ਲੈਂਦੇ ਕਿ ਆਕਸੀਜਨ ਮਿਲ ਰਹੀ ਹੈ ਲੋਕਾਂ ਨੂੰ ਜਾਂ ਨਹੀਂ ਮਿਲ ਰਹੀ। ਤਾਂ ਇਹ ਗੱਲਾਂ ਜਦੋਂ ਨਹੀਂ ਹੋਈਆਂ ਔਰ ਘਰ ਘਰ ਵਾਅਦੇ ਪੂਰੇ ਜਿਹੜੇ ਕਰਨ ਦੇ, ਨੌਕਰੀ ਦੇ ਵਾਅਦੇ ਕੀਤੇ ਸੀਗੇ ਉਹ ਪੂਰੇ ਨਹੀਂ ਹੋਏ, ਇੱਥੋਂ ਤੱਕ ਕਿ ਬਰਗਾੜੀ ਕਾਂਡ ਜਿਹੜਾ ਮਸਲਾ ਹੈਗਾ ਉਹ ਉਲਝਿਆ ਪਿਆ। ਯਾਨੀ ਕਿ ਕਹਿਣ ਤੋਂ ਭਾਵ ਹੈ ਇੱਕ ਪਾਸੇ ਕੈਪਟਨ ਸਾਹਿਬ ਚਾਰੇ ਪਾਸਿਓਂ ਘਿਰਦੇ ਨਜ਼ਰ ਆ ਰਹੇ ਨੇ, ਪਰ ਦੂਜੇ ਪਾਸੇ ਉਹ ਇਸ ਤਰ੍ਹਾਂ ਦੇ ਪੋਸਟਰ ਜਦੋਂ ਲਗਾ ਰਹੇ ਨੇ ਆਪਣੇ ਕਿ ਮੈਂ ਹੀ ਕੈਪਟਨ ਆ, ਮੈਂ ਹੀ ਸਾਰਾ ਕੁਝ ਪੰਜਾਬ ਦਾ ਵਾਲੀ ਵਾਰਸ ਹਾਂ, ਤਾਂ ਇੱਥੋਂ ਲੱਗ ਰਿਹਾ ਹੈ ਕਿ ਕੈਪਟਨ ਸਾਹਿਬ ਦੀ ਜਿਹੜੀ ਹੈ ਘਟੀਆ ਜਿਹੜੀ ਪੋਲਿਟਿਕਸ ਹੈ ਉਹ ਸਾਹਮਣੇ ਆ ਰਹੀ ਹੈ। ਸੋ ਇਸ ਕਰਕੇ ਇਸ ਤਰ੍ਹਾਂ ਦੀ ਜਿਹੜੀ ਪੋਲਿਟਿਕਸ ਹੈ ਉਹਦੇ ਨਾਲ ਕਾਂਗਰਸ ਦਾ ਹੀ ਨੁਕਸਾਨ ਹੋਏਗਾ, ਕਿਉਂਕਿ ਹਜੇ ਰਿਪੋਰਟ ਕਿਉਂਕਿ ਕਈ ਵਾਰੀ ਇਹ ਕਹਿ ਦਿੰਦੇ ਕਿ ਅਸੀਂ ਨਹੀਂ ਲਵਾਏ ਜੀ, ਸਾਡੇ ਪੰਜਾਬ ਦੇ ਲੋਕ ਜਿਹੜੇ ਚਾਹਣ ਵਾਲੇ ਆ, ਸਾਡੇ ਵਰਕਰ ਆ, ਸਾਡੇ ਅਹੁਦੇਦਾਰ ਆ, ਉਹ ਲਵਾ ਰਹੇ ਆਪਣੇ ਆਪ। ਤਾਂ ਫਿਰ ਇਹੋ ਜਿਹੇ ਅਹੁਦੇਦਾਰਾਂ ਦੇ ਉੱਪਰ ਕਾਰਵਾਈ ਵੀ ਤਾਂ ਕਰਨੀ ਜ਼ਰੂਰੀ ਹੈ, ਕਿਉਂਕਿ ਜਿੱਥੇ ਹਾਈ ਕਮਾਨ ਤੱਕ ਲੈਵਲ ਦੀ ਜਿਹੜੀ ਕਮੇਟੀ ਬਣ ਚੁੱਕੀ ਹੋਵੇ, ਜਿਹੜੀ ਧੜੇਬੰਦੀਆਂ ਨੂੰ ਖਤਮ ਕਰਨ ਰੋਕਣ ਲੱਗੀ ਹੋਵੇ, ਜਿਹੜੀ ਹਲੇ ਹਾਈ ਕਮਾਨ ਦੀ 3 ਮੈਂਬਰੀ ਕਮੇਟੀ ਵੀ ਇਹ ਗੱਲ ਕਹਿ ਰਹੀ ਹੋਵੇ ਕਿ 2022 ਦੇ ਵਿੱਚ ਕਪਤਾਨ ਹਾਈ ਕਮਾਨ ਨੇ ਚੁਣਨਾ, ਤਾਂ ਫਿਰ ਉੱਥੇ ਅਕਸ਼ੇ ਸ਼ਰਮਾ ਵਰਗੇ ਜਿਹੜੇ NSUI, ਜਿਹਦਾ ਕੋਈ ਬਹੁਤਾ ਆਧਾਰ ਵੀ ਹੈ ਨਹੀਂ, NSUI ਵਾਲੇ ਜਿਹੜੇ ਪੋਸਟਰ ਲਾਉਣ ਲੱਗ ਜਾਣ, ਧੜੇਬੰਦੀ ਪਾਰਟੀ ਦੇ ਅੰਦਰ ਖੜੀ ਸ਼ੁਰੂ ਕਰ ਦੇਣ, ਖਾਸ ਕਰਕੇ ਉਦੋਂ ਜਦੋਂ ਬਿਆਨਬਾਜ਼ੀਆਂ ਤੇ ਧੜੇਬੰਦੀ ਥੋੜੀ ਦੇਰ ਲਈ ਰੋਕੀ ਗਈ ਹੋਵੇ ਕਮੇਟੀ ਦੇ ਆਧਾਰ ਦੇ ਉੱਪਰ, ਤਾਂ ਉੱਥੇ ਦੁਬਾਰਾ ਤੋਂ ਅਜਿਹੀਆਂ ਧੜੇਬੰਦੀਆਂ ਸ਼ੁਰੂ ਕਰਨੀਆਂ, ਅਜਿਹੇ ਪੋਸਟਰ ਲਗਾਉਣੇ, ਤਾਂ ਫਿਰ ਇਹੋ ਜਿਹੇ ਅਹੁਦੇਦਾਰਾਂ ਤੋਂ ਕਰਾਉਣਾ ਕੀ ਹੈ ਜਿਹੜੇ ਪਾਰਟੀ ਦੇ ਅੰਦਰ ਧੜੇਬੰਦੀਆਂ ਬਣਾ ਦੇਣ। ਤਾਂ ਇਹੋ ਜਿਹੇ ਅਹੁਦੇਦਾਰਾਂ ਦੇ ਉੱਪਰ ਫਿਰ ਕਾਰਵਾਈ ਵੀ ਤਾਂ ਜ਼ਰੂਰੀ ਹੈ। ਜੇ ਤੁਹਾਡੀ ਇਹਨਾਂ ਦੇ ਪਿੱਛੇ ਹੱਥ ਨਹੀਂ ਤੁਹਾਡਾ ਹੈਗਾ ਤਾਂ ਕਾਰਵਾਈ ਕਰਨੀ ਜ਼ਰੂਰੀ ਹੈ। ਸੁਖਵਿੰਦਰ ਜੀ, ਕੱਲੇ NSUI ਜਿਹੜੀ ਮੈਂ ਇੱਥੇ ਗੱਲ ਬਹੁਤ ਮਹੱਤਵਪੂਰਨ ਇੰਪੋਰਟੈਂਟ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਇਹ ਹੈ ਕਿ ਪਿਛਲੇ ਦਿਨੀ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਪ੍ਰਗਟ ਸਿੰਘ ਨੂੰ OSD ਦਾ ਫੋਨ ਜਾਂਦਾ ਹੈ, OSD ਦਾ ਮਤਲਬ ਹੈ ਕਿ ਹਾਂ, ਉਹਦਾ ਮਤਲਬ ਇਹੀ ਹੈ ਕਿ ਸਰਕਾਰ ਉਹਦੇ ਵਿੱਚ ਇਨਵੋਲਵ ਹੈ। OSD ਦਾ ਮਤਲਬ ਸਿੱਧੇ ਹੈ ਕਿ ਉਹ ਸਿੱਧੇ ਤੌਰ ਤੇ ਸਰਕਾਰ ਉਹਦੇ 'ਚ ਇਨਵੋਲਵ ਹੁੰਦੀ ਹੈ। ਖਾਸ ਤੌਰ ਤੇ ਕੈਪਟਨ ਸਾਹਿਬ, ਜਦੋਂ ਤੁਹਾਡਾ ਕੈਪਟਨ ਸਾਹਿਬ ਦੇ OSD ਨੇ, ਇਹਦਾ ਮਤਲਬ ਹੈ ਕਿ ਉਹ ਸਿੱਧੇ ਤੌਰ ਤੇ ਇਨਵੋਲਵ ਨੇ।
ਇਸੇ ਤਰ੍ਹਾਂ ਜਿਹੜੀ ਇਹ ਪੋਸਟਰ ਵਾਰ ਹੋ ਰਹੀ ਹੈ, ਇਹਦੇ ਵਿੱਚ OSD ਜਿੱਦਾਂ ਦਾ ਮੈਂ ਨਾਂ ਲੈ ਰਿਹਾ, ਜਿਨ੍ਹਾਂ ਦਾ ਨਾਂ ਅਖਬਾਰ ਦੇ ਵਿੱਚ ਛਾਇਆ ਹੋਇਆ ਹੈ, ਉਹ ਹੈ ਸੰਦੀਪ ਸਿੰਘ ਬਰਾੜ। ਔਰ ਇਹ ਵੀ ਜਿਹੜੇ ਨੇ ਆਪਣੇ ਆਪ ਨੂੰ OSD ਕਹਿੰਦੇ ਨੇ, ਔਰ ਇਸ ਕਰਕੇ ਆਪਣੀ ਫੋਟੋ ਵੀ ਉਹਨਾਂ ਨੇ ਲਾਈ ਹੈ, ਔਰ ਕੈਪਟਨ ਸਾਹਿਬ ਦੀ ਫੋਟੋ ਲਾਈ ਹੈ। ਇਹਦਾ ਮਤਲਬ ਸਿੱਧੇ ਤੌਰ ਤੇ ਕੈਪਟਨ ਸਾਹਿਬ ਔਰ ਇਹ ਜਿਹੜੀ ਪੰਜਾਬ ਗਵਰਨਮੈਂਟ ਹੈ, ਇਹਨਾਂ ਪੋਸਟਰਾਂ ਦੇ ਵਿੱਚ ਜਿਹੜੀ ਹੈਗੀ ਹੈ ਭਾਗੀਦਾਰ ਹੈ, ਔਰ ਕਹਿ ਕੇ ਜਿਹੜੇ ਨੇ ਪੋਸਟਰ ਲਵਾਏ ਜਾ ਰਹੇ ਨੇ। ਇਹੀ ਮੈਂ ਗੱਲ ਕਰ ਰਿਹਾ ਕਿ ਇਹ ਬਹੁਤ ਹੀ ਅਨੁਸ਼ਾਸਨਹੀਨਤਾ ਹੈ, ਜਦੋਂ ਹਜੇ ਫੈਸਲਾ ਆਉਣਾ ਹੈ, ਹਜੇ ਹਾਈ ਕਮਾਂਡ ਵੱਲੋਂ ਜਿਹੜਾ ਹੈਗਾ ਇਹ ਦੱਸਿਆ ਜਾਣਾ ਹੈ ਕਿ ਕਿਹੜਾ ਕੈਪਟਨ 22 ਤੱਕ ਰਹੇਗਾ ਔਰ ਕਿਹੜਾ ਅਗਲਾ ਕੈਪਟਨ ਹੋਏਗਾ, 22 ਤੋਂ ਬਾਅਦ ਹੋਏਗਾ, ਚੋਣਾਂ ਵਿੱਚ ਕੌਣ ਹੋਏਗਾ, ਕਿਹਦੀ ਜ਼ਿੰਮੇਵਾਰੀ ਹੋਏਗੀ, ਜਦੋਂ ਕਿ ਇਹ ਫੈਸਲੇ ਹੋਣ ਵਾਲੇ ਨੇ, ਅਜੇ ਆਉਣੇ ਨੇ। ਕਿਉਂਕਿ 5 ਦਿਨਾਂ ਦਾ ਜਿਹੜੀ ਮੰਥਨ ਸੀਗਾ, ਉਹਦੇ ਵਿੱਚੋਂ ਹਜੇ ਜਿਹੜੀਆਂ ਗੱਲਾਂ ਨਿਕਲ ਕੇ ਜਿਹੜੀਆਂ ਉਹਦੇ ਨਤੀਜੇ ਕੱਢਣੇ ਸੀ, ਉਹ ਸਾਹਮਣੇ ਨਹੀਂ ਆਏ। ਹਜੇ ਤਾਂ ਇਹਨਾਂ ਨੂੰ ਵੇਟ ਕਰਨੀ ਚਾਹੀਦੀ ਸੀ, ਇੰਤਜ਼ਾਰ ਕਰਨਾ ਚਾਹੀਦਾ ਸੀਗਾ। ਸੋ ਆਪਣੇ ਪੋਸਟਰ ਇਸ ਤਰ੍ਹਾਂ ਲਗਾ ਦੇਣੇ, ਮੈਨੂੰ ਲੱਗਦਾ ਹੈ ਕਿ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਔਰ ਆਪਾਂ ਸਾਰੇ ਮਹਿਸੂਸ ਕਰਦੇ ਹਾਂ ਕਿ ਕੈਪਟਨ ਸਾਹਿਬ ਦੀ ਜਿਹੜੀ ਅੰਦਰਲੀ ਬੁਖਲਾਹਟ ਇਸ ਵੇਲੇ ਹੈ, ਔਰ ਉਹਨਾਂ ਨੂੰ ਲੱਗਦਾ ਹੈ ਕਿ ਮੇਰਾ ਜਿਹੜਾ ਹੈਗਾ ਹੁਣ ਜਿਹੜਾ ਸੰਘਾਸਨ ਜਿਹੜੀ ਮੇਰੀ ਕੁਰਸੀ ਹੈ, ਉਹ ਹਿਲਦੀ ਨਜ਼ਰ ਆ ਰਹੀ ਹੈ, ਉਹ ਡਾਵਾਂਡੋਲ ਹੁੰਦੀ ਨਜ਼ਰ ਆ ਰਹੀ ਹੈ। ਔਰ ਉਸ ਡਾਵਾਂਡੋਲਤਾ ਦੇ ਵਿੱਚੋਂ ਹੀ ਜਿਹੜੇ ਨੇ ਇਦਾਂ ਦੀਆਂ ਚੀਜ਼ਾਂ ਅੱਗੇ ਆ ਰਹੀਆਂ ਨੇ। ਔਰ ਇਹਦਾ ਨੁਕਸਾਨ ਮੈਂ ਫੇਰ ਕਹਿ ਰਿਹਾ ਕਿ ਇਹ ਨਹੀਂ ਹੋਇਆ ਕਿ ਇਹਦੇ ਨਾਲ ਕਾਂਗਰਸ ਪਾਰਟੀ ਉੱਪਰ ਜਾ ਰਹੀ ਹੈ ਜਾਂ ਕੈਪਟਨ ਸਾਹਿਬ ਦਾ ਜਿਹੜਾ ਹੈਗਾ ਗ੍ਰਾਫ ਉੱਪਰ ਜਾ ਰਿਹਾ। ਇਹਦੇ ਨਾਲ ਸਗੋਂ ਉਹਨਾਂ ਦਾ ਜਿਹੜੀ ਬੁਖਲਾਹਟ ਨਜ਼ਰ ਆ ਰਹੀ ਹੈ ਔਰ ਉਹਨਾਂ ਦਾ ਜਿਹੜਾ ਗ੍ਰਾਫ ਹੈ ਉਹ ਥੱਲੇ ਜਾ ਰਿਹਾ ਹੈ। ਔਰ ਇਹ ਹੌਲੀ ਹੌਲੀ ਜਾਂਦਾ ਜਿਹੜਾ ਹੈਗਾ ਕਾਫੀ ਨੁਕਸਾਨ ਕਰ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦਾ। ਜੀ ਸੁਖਿੰਦਰ ਜੀ, ਬੇਸ਼ੱਕ 2022 ਦੇ ਵਿੱਚ ਜਿਹੜਾ ਕੈਪਟਨ ਚੁਣਿਆ ਜਾਣਾ, ਚਾਹੇ ਉਹ ਨਵਜੋਤ ਸਿੰਘ ਸਿੱਧੂ ਹੋਣ, ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਣ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੀ ਹੋਣ, ਉਹਦੇ ਉੱਪਰ ਤਾਂ ਇਹਨਾਂ ਪੋਸਟਰਾਂ ਦਾ ਕੋਈ ਬਹੁਤਾ ਅਸਰ ਨਹੀਂ ਪਵੇਗਾ। ਪਰ ਜਿਸ ਤਰੀਕੇ ਦੇ ਨਾਲ ਇਹ ਪੋਸਟਰ ਵਾਰ ਸ਼ੁਰੂ ਹੋਈ ਹੈ, ਕਾਂਗਰਸ ਹਾਈ ਕਮਾਨ ਨੂੰ ਕਿਤੇ ਨਾ ਕਿਤੇ ਸੋਚਣ ਦੀ ਲੋੜ ਹੈ ਕਿ ਅਸੀਂ ਤਾਂ ਧੜੇਬੰਦੀਆਂ ਖਤਮ ਕਰਨ ਤੇ ਲੱਗੇ ਹਾਂ, ਤੇ ਇਹ ਹਾਲੇ ਵੀ ਧੜੇਬੰਦੀਆਂ ਨਹੀਂ ਖਤਮ ਕਰ ਰਹੇ, ਇਹ ਹਾਲੇ ਵੀ ਇਹਨਾਂ ਨੂੰ ਅੱਗ ਦੇ ਰਹੇ। ਬਿਲਕੁਲ, ਮੈਨੂੰ ਲੱਗਦਾ ਕਿ ਇਹਦਾ ਸੀਰੀਅਸ ਨੋਟ ਲੈਣਾ ਚਾਹੀਦਾ ਹੈ। ਜਿਵੇਂ ਪ੍ਰਗਟ ਸਿੰਘ ਹੋਰਾਂ ਵਾਲੀ ਘਟਨਾ ਸੀਗਾ ਕਿ ਉਹ ਪ੍ਰਗਟ ਸਿੰਘ ਹੋਰਾਂ ਨੂੰ ਜਿਵੇਂ OSD ਦੁਆਰਾ ਜਦੋਂ ਰਾਤ ਨੂੰ 11 ਵਜੇ ਜਦੋਂ ਫੋਨ ਆਉਂਦਾ, ਉਹਦਾ ਵੀ ਦੇਖੋ ਨੋਟਸ ਨਹੀਂ ਲਿਆ ਗਿਆ। ਉਹਦਾ ਵੀ ਹਜੇ ਜਿਹੜਾ ਹੈਗਾ ਕਿਸੇ ਕਿਸਮ ਦੀ ਜਿਹੜੀ ਹੈਗੀ ਆਪਾਂ ਕਹਿ ਸਕਦੇ ਹਾਂ ਕਿ ਕਲੈਰੀਫਿਕੇਸ਼ਨ ਕਿਸੇ ਵੀ ਵੱਲੋਂ ਨਾ ਉਹ ਕੈਪਟਨ ਸਾਹਿਬ ਵੱਲੋਂ ਆਈ, ਨਾ ਹੀ ਉਸ OSD ਵੱਲੋਂ ਆਈ। ਅਜੇ ਤੱਕ ਜਿਹੜਾ ਹੈਗਾ ਉਹ ਜਿਹੜੀਆਂ ਉਦਾਂ ਹੀ ਗੱਲਾਂ ਚੱਲ ਰਹੀਆਂ ਨੇ। ਕਹਿੰਦੇ ਮੈਂ ਫੋਨ ਨਹੀਂ ਕੀਤਾ, ਪਰ ਜੇ ਫੋਨ ਨਹੀਂ ਕੀਤਾ ਫਿਰ ਤੁਹਾਡਾ ਨਾਮ ਲੈ ਕੇ ਤੁਹਾਡੇ ਮੁੱਖ ਮੰਤਰੀ ਦਾ ਨਾਮ ਲੈ ਕੇ ਇੱਕ ਤੁਹਾਡੇ MLA ਨੂੰ ਕੋਈ ਫੋਨ ਕਰਕੇ ਧਮਕਾ ਰਿਹਾ, ਤੇ ਫਿਰ ਤੁਸੀਂ ਉਹਦੀ ਇਨਵੈਸਟੀਗੇਸ਼ਨ ਵੀ ਨਹੀਂ ਕਰਵਾ ਰਹੇ। ਬਿਲਕੁਲ, ਦੇਖੋ ਇਹਦਾ ਮਤਲਬ ਦਾਲ ਦੇ ਵਿੱਚ ਕਾਲਾ ਸੀਗਾ ਉਸ ਵੇਲੇ ਵੀ। ਸੋ ਇਸ ਕਰਕੇ ਜਿਹੜਾ ਇਹ ਕਹਿ ਦੇਣਾ ਕਿ ਮੈਂ ਤਾਂ ਫੋਨ ਹੀ ਨਹੀਂ ਕੀਤਾ, ਔਰ ਬਾਅਦ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਜਦੋਂ ਲੋਕਾਂ ਦਾ ਉਹਨਾਂ ਨੂੰ ਮਿਲਦਾ ਹੈ ਹੁੰਗਾਰਾ, ਤਾਂ ਲਾਜ਼ਮੀ ਤੌਰ ਤੇ ਉਹ ਮੁੱਕਰਦੇ ਨਜ਼ਰ ਆ ਰਹੇ ਸੀਗੇ ਉਸ ਵੇਲੇ ਸੰਧੂ ਸਾਹਿਬ। ਸੋ ਇੱਥੇ ਵੀ ਮੈਂ ਇਹੀ ਗੱਲ ਕਰਨੀ ਚਾਹੁੰਦਾ ਕਿ ਕੋਈ ਵੀ ਪਾਰਟੀ ਬਿਨਾਂ ਅਨੁਸ਼ਾਸਨ ਤੋਂ ਨਹੀਂ ਚੱਲ ਸਕਦੀ। ਜਿੰਨੀ ਦੇਰ ਡਿਸਪਲਿਨ ਤੁਹਾਡੀ ਪਾਰਟੀ ਦੇ ਵਿੱਚ ਨਹੀਂ ਹੁੰਦਾ, ਉਨੀ ਦੇਰ ਪਾਰਟੀ ਕਦੇ ਵੀ ਡਿਵੈਲਪ ਨਹੀਂ ਕਰਦੀ। ਸੋ ਇੱਥੇ ਡਿਸਪਲਿਨ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਇਹ ਖਾਸ ਤੌਰ ਤੇ ਜਿਹੜੀ 3 ਮੈਂਬਰੀ ਕਮੇਟੀ ਹੈ, ਇੱਥੋਂ ਤੱਕ ਕਿ ਰਾਹੁਲ ਔਰ ਪ੍ਰਿੰਕਾ ਜੀ ਨੇ ਜੋ ਇੰਟਰਵੀਨ ਕੀਤਾ ਸੀਗਾ ਇਹ ਸਾਰੀ ਘਟਨਾਕ੍ਰਮ ਦੇ ਵਿੱਚ, ਉਹਨਾਂ ਦੀ ਵੀ ਇੱਕ ਕਿਸਮ ਦੀ ਤੋਹੀਨ ਹੈ। ਇਹ ਉਹਨਾਂ ਦੀ ਵੀ ਇਸ ਕਿਸਮ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਹਜੇ ਸਾਰਾ ਕੁਝ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਸਾਰਾ ਕੁਝ ਜਿਹੜਾ ਹੈਗਾ ਆਪਣੇ ਆਪ ਨੂੰ ਵੱਡਾ ਦਿਖਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਇਹ ਕੀਤੀਆਂ ਜਾ ਰਹੀਆਂ ਨੇ। ਔਰ ਇਹ ਮੈਨੂੰ ਲੱਗਦਾ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜ਼ਰੂਰ ਜੇ ਚੰਗਾ ਚਾਹੁੰਦੇ ਨੇ, ਜੇ ਪਾਰਟੀ ਦਾ ਭਲਾ ਚਾਹੁੰਦੀ ਹੈ ਹਾਈ ਕਮਾਂਡ, ਤਾਂ ਲਾਜ਼ਮੀ ਤੌਰ ਤੇ ਇਹਦੇ ਤੇ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਹੈ। ਇਹ ਗੱਲਾਂ ਬੰਦ ਹੋਣੀਆਂ ਚਾਹੀਦੀਆਂ ਨੇ। ਹਜੇ ਜਿੰਨੀ ਦੇਰ ਕੋਈ ਫੈਸਲਾ ਨਹੀਂ ਆਉਂਦਾ ਤਾਂ ਲਾਜ਼ਮੀ ਤੌਰ ਤੇ ਇਹਦਾ ਜਿਹੜਾ ਹੈਗਾ ਹਜੇ ਇਹ ਗੱਲਾਂ ਜਿਹੜੀਆਂ ਨੇ ਇਹ ਨਹੀਂ ਹੋਣੀਆਂ ਚਾਹੀਦੀਆਂ। ਸਗੋਂ ਅਜੇ ਚੁੱਪ ਜਿਹੜੀ ਹੈਗੀ ਹੈ ਉਹ ਜ਼ਿਆਦਾ ਚੰਗੀ ਗੱਲ ਹੋਏਗੀ ਇਸ ਤਰ੍ਹਾਂ ਦੇ ਮਸਲਿਆਂ ਦੇ ਵਿੱਚ। ਸੋ ਪਰ ਦੂਜੇ ਪਾਸੇ ਆਪਾਂ ਨੂੰ ਇਹ ਵੀ ਦਿਖਾਈ ਦੇ ਰਿਹਾ ਕਿ ਕਿਉਂਕਿ ਗਰੁੱਪਿਜ਼ਮ ਇੰਨੀ ਜ਼ਿਆਦਾ ਤੇਜ਼ੀ ਦੇ ਨਾਲ ਵੱਧ ਰਹੀ ਹੈ ਕਾਂਗਰਸ ਦੇ ਵਿੱਚ ਕਿ ਇਹਨੂੰ ਹੁਣ ਕਾਬੂ ਪਾਉਣਾ ਮੈਨੂੰ ਲੱਗਦਾ ਕਿ ਹਾਈ ਕਮਾਂਡ ਦੇ ਵੀ ਵੱਸ ਦੀ ਗੱਲ ਨਹੀਂ ਰਹੀ। ਸੋ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਈ ਕਮਾਂਡ ਚਾਹੇ ਕੁਝ ਹੋਰ ਕਹੇਗੀ, ਇਹ ਜਿਹੜੇ ਗਰੁੱਪਿਜ਼ਮ ਹੈ ਇਹਨਾਂ ਦਾ ਇਹ ਕੁਝ ਹੋਰ ਕਹੇਗਾ। ਸੋ ਉਹਦੇ ਨਾਲ ਕੀ ਹੋਏਗਾ ਕਿ ਜੋ 5 ਸਟੇਟਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜੋ ਕਾਂਗਰਸ ਦਾ ਹਾਲ ਹੋਇਆ, ਉਹੀ ਹਾਲ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ 5 ਸਟੇਟਾਂ ਦੇ ਵਿੱਚ ਇਲੈਕਸ਼ਨਸ ਹੋਣੀਆਂ ਨੇ, ਜਿਹਦੇ ਵਿੱਚ ਉੱਤਰ ਪ੍ਰਦੇਸ਼ ਹੈ, ਜਿਹਦੇ ਵਿੱਚ ਪੰਜਾਬ ਹੈ, ਜਿਹਦੇ ਵਿੱਚ ਉੱਤਰਾਖੰਡ ਹੈ, ਜਿਹਦੇ ਵਿੱਚ ਗੋਆ ਹੈ। ਸੋ ਇਸ ਤਰ੍ਹਾਂ ਦੀਆਂ ਸਟੇਟਾਂ ਦੇ ਵਿੱਚ ਵੀ ਜਿਹੜਾ ਹੈਗਾ ਕਾਂਗਰਸ ਦਾ ਉਹੀ ਹਾਲ ਹੋਏਗਾ ਜੋ ਪਿਛਲੀਆਂ 5 ਸਟੇਟਾਂ ਦੇ ਵਿੱਚ ਹੋਇਆ ਹੈ। ਸੋ ਇਸ ਕਰਕੇ ਬਹੁਤ ਇਸ ਵੇਲੇ
ਮੈਨੂੰ ਲੱਗਦਾ ਹੈ ਕਿ ਜਿਹੜਾ ਹੈਗਾ ਬਹੁਤ ਧਿਆਨ ਦੇ ਨਾਲ ਪੈਰ ਪੁੱਟਣੇ ਚਾਹੀਦੇ ਨੇ, ਬਹੁਤ ਡਿਸਿਪਲਿਨ ਬਣਾ ਕੇ, ਬਹੁਤ ਏਕਤਾ ਦੇ ਨਾਲ ਜਿਹੜੇ ਹੈਗਾ ਚੱਲਣ ਦੀ ਲੋੜ ਹੈ, ਨਾ ਕਿ ਇਦਾਂ ਦਾ ਜਿਹੜਾ ਹੈਗਾ ਕਾਂਗਰਸ ਜਿਸ ਤਰ੍ਹਾਂ ਦੇ ਗਰੁੱਪਿਜ਼ਮ ਵੱਧ ਰਿਹਾ ਕਾਂਗਰਸ ਦੇ ਵਿੱਚ, ਲਗਾਤਾਰ ਜਿਹੜਾ ਹੈਗੇ ਇੱਕ ਦੂਜੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਬਹੁਤ ਵੱਡੇ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਸੁਖਵਿੰਦਰ ਜੀ। ਬਿਲਕੁਲ। ਤਾਂ ਅਗਲੀ ਖਬਰ ਦੀ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਜਿਹੜੇ ਲਗਾਤਾਰ ਮੁਸ਼ਕਾਂ ਦੇ ਵਿੱਚ ਘਿਰਦੇ ਦਿਖਾਈ ਦੇ ਰਿਹਾ, ਕਿਉਂਕਿ ਇੱਕ ਮਾਮਲਾ ਹੋਰ ਨਵਾਂ ਨਿਕਲਿਆ ਹੈ। ਇੱਕ ਮਾਮਲਾ ਇਹ ਹੈ ਕਿ ਕੇਂਦਰ ਦੇ ਵੱਲੋਂ ਜਿਹੜੀ ਵੈਕਸੀਨ ਪੰਜਾਬ ਸਰਕਾਰ ਨੂੰ 400 ਕੁਝ ਰੁਪਏ ਦੇ ਵਿੱਚ ਜਿਹੜੀ ਦਿੱਤੀ ਜਾ ਰਹੀ ਸੀ, ਤਾਂ ਉਹ ਕਹਿੰਦੇ ਕਿ ਅੱਗੇ ਮਹਿੰਗੇ ਭਾਅ ਦੇ ਉੱਪਰ ਹਸਪਤਾਲਾਂ, ਪ੍ਰਾਈਵੇਟ ਹਸਪਤਾਲਾਂ ਨੂੰ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹੈ, ਤੇ ਉਹ ਜਿਹੜੇ ਅੱਗੋਂ ਉਦੋਂ ਵੀ ਮਹਿੰਗੇ ਭਾਅ ਦੇ ਉੱਪਰ ਜਾ ਕੇ ਜਿਹੜਾ ਹੈਗਾ ਲੋਕਾਂ ਦੇ ਲਗਾ ਰਹੇ ਨੇ। ਤਾਂ ਲੋਕਾਂ ਦੇ ਨਾਲ ਜਿਹੜੀ ਹੋ ਰਹੀ ਹੈ ਲੁੱਟ ਖਸੁੱਟ ਹੈ, ਇਹਦੇ ਵਿੱਚ ਸਿੱਧੇ ਤੌਰ ਤੇ ਇਹ ਕੀ ਗੱਲ ਕਹੀ ਜਾ ਰਹੀ ਹੈ ਕਿ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਲੋਕਾਂ ਦੀ ਪੂਰੀ ਲੋਕਾਂ ਦੀ ਜਿਹੜੀ ਇਹ ਹੈ ਪੂਰੀ ਲੁੱਟ ਖਸੁੱਟ ਹੋ ਰਹੀ ਹੈ। ਕਿੱਥੇ ਤਾਂ ਜਿਹੜੀ ਕੇਂਦਰ ਸਰਕਾਰ ਨੇ ਸਸਤੀ ਵੈਕਸੀਨ ਸਿੱਧੀ ਪੰਜਾਬ ਸਰਕਾਰ ਨੂੰ ਦਿੱਤੀ ਹੈ, ਕਿੱਥੇ ਤੋਂ ਸਸਤੀ ਜਿਹੜੀ ਲੋਕਾਂ ਨੂੰ ਲਗਾਈ ਜਾ ਸਕਦੀ ਸੀ, ਤੇ ਕਿੱਥੇ ਇਹ ਪਹਿਲਾਂ ਆਪ ਮੁਨਾਫਾ ਕਮਾ ਰਹੀ ਹੈ ਲੋਕਾਂ ਤੋਂ ਹਸਪਤਾਲਾਂ ਨੂੰ ਵੇਚ ਕੇ ਪੰਜਾਬ ਸਰਕਾਰ, ਤੇ ਫਿਰ ਉਸ ਤੋਂ ਬਾਅਦ ਹਸਪਤਾਲ ਉਹਨੂੰ ਹੋਰ ਵੀ ਮਹਿੰਗੀ ਵੇਚ ਕੇ ਉਹਦੇ ਤੇ ਹੋਰ ਲੁੱਟ ਖਸੁੱਟ ਕਰ ਰਹੇ ਨੇ। ਕਿਵੇਂ ਦੇਖਦੇ ਹੋ ਕਿ ਲੋਕ ਤਾਂ ਪਹਿਲਾਂ ਹੀ ਕੰਮਕਾਜ ਤਾਂ ਲੋਕਾਂ ਦੇ ਪਹਿਲਾਂ ਹੀ ਬੰਦ ਨੇ ਕਰੋਨਾ ਦੇ ਕਾਰਨ, ਤੇ ਦੂਜੇ ਮਹਿੰਗੇ ਤੌਰ ਤੇ ਜਿਹੜੀ ਦਵਾਈ ਦਿੱਤੀ ਜਾ ਰਹੀ ਹੈ, ਇਹ ਵੈਕਸੀਨ ਦਿੱਤੀ ਜਾ ਰਹੀ ਹੈ, ਇੱਕ ਤਰੀਕੇ ਦਾ ਬਲੈਕਮੇਲ ਹੀ ਹੈ ਕਿ ਭਾਈ ਜੇ ਤੁਸੀਂ ਨਹੀਂ ਲਵਾਓਗੇ ਤੁਹਾਡੀ ਜਾਨ ਨੂੰ ਖਤਰਾ, ਹਰੇਕ ਬੰਦੇ ਨੂੰ ਲਵਾਉਣੀ ਹੀ ਪੈਣੀ ਹੈ, ਤੇ ਫਿਰ ਉਹ ਦੁੱਗਣੇ ਤਿੱਗਣੇ ਚੌਗਣੇ ਰੇਟ ਦੇ ਉੱਪਰ ਜਾ ਕੇ ਜਿਹੜੀ ਲਵਾਈ ਜਾਂਦੀ ਹੈ ਫਿਰ ਉਹ ਮਰੀਜ਼ਾਂ ਦੇ, ਤਾਂ ਫਿਰ ਉਹ ਭਰਪਾਈ ਵਿਚਾਰੇ ਕਿਵੇਂ ਕਰਨਗੇ, ਗਰੀਬ ਲੋਕ ਇਹ ਫਿਰ ਕਿਵੇਂ ਲਵਾਉਣਗੇ। ਤਾਂ ਇਹ ਮਾਮਲਾ ਬੜਾ ਜ਼ਿਆਦਾ ਉੱਠਿਆ ਹੋਇਆ। ਆਮ ਆਦਮੀ ਪਾਰਟੀ ਨੇ ਵੀ ਜਿਹੜਾ ਹੈਗਾ ਇਹ ਗੱਲ ਕਹੀ, ਕੱਲ ਪ੍ਰਦਰਸ਼ਨ ਕੀਤੇ ਵੱਖ-ਵੱਖ ਥਾਵਾਂ ਦੇ ਉੱਪਰ, ਤੇ ਅੱਜ ਅਕਾਲੀ ਦਲ ਵੀ ਇਸ ਮਾਮਲੇ ਦੇ ਉੱਪਰ ਪ੍ਰਦਰਸ਼ਨ ਕਰਨ ਜਾ ਰਿਹਾ ਹੈ। ਕਿਵੇਂ ਦੇਖਦੇ ਹੋ ਕਿ ਕਿਸ ਤਰੀਕੇ ਦੇ ਨਾਲ ਗਲਤੀ ਜਿਹੜੀ ਸਾਹਮਣੇ ਆਈ ਹੈ ਜਿਹੜੀ ਇਹ ਪੰਜਾਬ ਸਰਕਾਰ? ਸੁਖਵਿੰਦਰ ਜੀ, ਜਦੋਂ ਅਸੀਂ ਕੈਪਟਨ ਸਾਹਿਬ ਦੀ ਸਰਕਾਰ ਦੀ ਕਾਰਗੁਜ਼ਾਰੀ ਦੇਖਦੇ ਹਾਂ ਪਿਛਲੇ ਲਗਭਗ 1.5 ਸਾਲ ਤੋਂ, ਕਿਉਂਕਿ ਕਰੋਨਾ ਦੀ ਮਹਾਮਾਰੀ ਜਦੋਂ ਤੋਂ ਆਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਕੈਪਟਨ ਸਾਹਿਬ ਨੇ ਗੱਲਾਂ ਬਾਤਾਂ ਰਾਹੀਂ ਬਹੁਤ ਕੁਝ ਜਿਹੜਾ ਹੈਗਾ ਨਾ, ਜਿਵੇਂ ਆਪਾਂ ਕਹਿੰਦੇ ਥੁੱਕ ਨਾਲ ਬੜੇ ਪਕਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਸ ਕਰਕੇ ਲਗਭਗ ਉਹੀ ਹਾਲਤ ਇਸ ਵੇਲੇ ਕੈਪਟਨ ਸਾਹਿਬ ਦੇ ਹੋ ਚੁੱਕੇ ਨੇ। ਔਰ ਕੈਪਟਨ ਸਾਹਿਬ ਨੂੰ ਜਿੱਥੇ ਤਾਂ ਇਹ ਚਾਹੀਦਾ ਸੀਗਾ ਕਿ ਖਾਸ ਤੌਰ ਤੇ ਜਿਹੜੇ ਪਿੰਡਾਂ ਦੇ ਵਿੱਚ, ਜਦੋਂ ਉਹ ਕਹਿੰਦੇ ਨੇ ਕਿ ਅਸੀਂ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਬਹੁਤ ਕੁਝ ਉਹਨਾਂ ਦੇ ਲਈ ਲੈ ਕੇ ਆ ਰਹੇ ਹਾਂ, ਖਾਸ ਤੌਰ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਵੈਕਸੀਨ ਲਵਾਉਣਗੇ ਜਿਹੜੇ ਪਿੰਡ, ਉਹਨਾਂ ਨੂੰ ਅਸੀਂ 10 ਲੱਖ ਰੁਪਈਆ ਜਿਹੜਾ ਹੈਗਾ ਉਹ ਦੇਵਾਂਗੇ, ਔਰ ਉਹਨਾਂ ਸਰਪੰਚਾਂ ਨੂੰ। ਸੋ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਇਹ ਗੱਲਾਂ ਕਹੀਆਂ ਸੀਗੀਆਂ, ਪਰ ਹਕੀਕਤ ਦੇ ਵਿੱਚ ਕੀ ਹੋ ਰਿਹਾ, ਜਿਹੜੀ ਮੈਂ ਗੱਲ ਬਾਰ-ਬਾਰ ਕਰ ਰਿਹਾ ਕਿ ਕੈਪਟਨ ਸਾਹਿਬ ਹਕੀਕਤ ਦੇ ਵਿੱਚ ਨਹੀਂ ਦੇਖ ਰਹੇ ਕਿ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਪੰਜਾਬ ਦੇ ਵਿੱਚ ਕੀ ਵਾਪਰ ਰਿਹਾ ਇਸ ਵੇਲੇ। ਸੁਖਵਿੰਦਰ ਜੀ, ਇੱਕ ਜ਼ਰੂਰ ਮੈਂ ਅੰਕੜੇ ਇੱਥੇ ਦੇਣਾ ਚਾਹਣਾ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕੇਂਦਰ ਸਰਕਾਰ ਕੋਲੋਂ ਜਿਹੜੀ ਪੰਜਾਬ ਸਰਕਾਰ ਹੈ ਉਹਨੂੰ 420 ਰੁਪਏ ਪਰ ਡੋਜ਼ ਤੇ ਜਿਹੜੀ ਹੈਗੀ ਹੈ ਕੋਵੈਕਸੀਨ ਜਿਹੜੀ ਹੈਗੀ ਦਿੱਤੀ ਸੀਗੀ, ਮਿਲੀ ਹੈ ਉਹਨੂੰ, ਮਤਲਬ 420 ਰੁਪਏ ਦੀ ਇੱਕ ਡੋਜ਼ ਉਹਨਾਂ ਨੂੰ ਮਿਲਦੀ ਹੈ। ਹੁਣ ਇਹਨਾਂ ਨੇ ਕੀ ਸੋਚਿਆ, ਬਲਬੀਰ ਸਿੰਘ ਸਿੱਧੂ ਜਾਂ ਜਿਹੜੇ ਉਹਨਾਂ ਦੇ ਵੱਖ-ਵੱਖ ਅਧਿਕਾਰੀ ਜਿਹੜੇ ਨਾਲ ਜੁੜੇ ਹੋਏ ਸੀਗੇ, ਉਹਨਾਂ ਨੇ ਸੋਚਿਆ ਕਿ ਕਿਉਂ ਨਾ ਇਸ ਪੈਸੇ ਤੋਂ ਹੋਰ ਪੈਸੇ ਬਣਾਈਏ ਔਰ ਇਹਦੇ ਵਿੱਚੋਂ ਹੀ ਅਸੀਂ ਜਿਹੜਾ ਹੈਗਾ ਹੋਰ ਜਿਹੜੀ ਹੈਗੀ ਇਹਦੇ ਨਾਲ ਕੋਵੈਕਸੀਨ ਆ ਜਾਏਗੀ, ਤਾਂ ਕਿ ਅਸੀਂ ਹੋਰ ਜਿਹੜਾ ਹੈਗਾ ਕੋਵੈਕਸੀਨ ਨੂੰ ਖਰੀਦ ਸਕੀਏ। ਇਹ ਉਹਨਾਂ ਨੇ ਸਕੀਮ ਘੜੀ ਇੱਕ। ਇਹਦਾ ਮਤਲਬ ਸੀਗਾ ਕਿ ਉਹਨਾਂ ਨੇ 420 ਰੁਪਏ ਦੀ ਡੋਜ਼ ਖਰੀਦ ਕੇ ਕੋਵੈਕਸੀਨ ਦੀ, ਉਹਨੂੰ ਉਹਨਾਂ ਨੇ 1060 ਰੁਪਏ 'ਚ ਨਿੱਜੀ ਹਸਪਤਾਲਾਂ ਨੂੰ ਵੇਚਤਾ। 1060 ਰੁਪਏ ਦੇ ਵਿੱਚ ਨਿੱਜੀ ਹਸਪਤਾਲਾਂ ਨੂੰ ਉਹ ਵੇਚੀ ਗਈ। ਤੁਸੀਂ ਦੇਖੋ ਵੀ ਕਿੰਨਾ ਮੁਨਾਫਾ ਹੈਗਾ, 420 ਦੇ ਵਿੱਚ ਖਰੀਦੀ, 1060 ਦੇ ਵਿੱਚ ਵੇਚੀ ਗਈ। ਸੋ ਉਸ ਤੋਂ ਬਾਅਦ ਕੀ ਹੋ ਗਿਆ ਕਿ ਨਿੱਜੀ ਹਸਪਤਾਲਾਂ ਨੇ, ਕਿਉਂਕਿ ਪਤਾ ਕਿ ਸਾਰੀ ਗੱਲ ਮੁਨਾਫੇ ਤੇ ਖੜੀ ਹੈ, ਉਹਨਾਂ ਨੇ ਆਪਣੇ ਵੱਲੋਂ ਉਹੀ ਵੈਕਸੀਨ ਜਿਹੜੀ 1060 ਰੁਪਏ 'ਚ ਖਰੀਦੀ ਸੀਗੀ, ਜਦੋਂ ਉਹ ਮਰੀਜ਼ਾਂ ਦੇ ਲਗਾਈ ਤਾਂ ਉਹਦਾ ਰੇਟ ਰੱਖਿਆ 1560 ਰੁਪਏ, ਯਾਨੀ ਕਿ ਇੱਕ ਮਰੀਜ਼ ਤੋਂ ਉਹਨਾਂ ਨੇ ਘੱਟੋ ਘੱਟ 500 ਰੁਪਇਆ ਤਾਂ ਸਿੱਧਾ ਹੀ ਵਸੂਲ ਲਿਆ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਜਿਹੜੇ ਲੋਕ, ਜਿਹੜੇ ਵਿਚਾਰੇ ਆਮ ਲੋਕ ਨੇ, ਗਰੀਬ ਲੋਕ ਨੇ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਿਉਂਕਿ ਕੋਵਿਡ ਦੇ ਵਿੱਚ ਬਹੁਤ ਸਾਰੇ ਜਿਹੜੇ ਗਰੀਬ ਲੋਕਾਂ ਦਾ, ਮੱਧ ਵਰਗ ਦਾ ਜਿਹੜਾ ਹੈਗਾ ਜਿਹੜਾ ਰੁਜ਼ਗਾਰ ਹੈ ਉਹ ਖੁੱਸ ਚੁੱਕਿਆ ਹੈ, ਉਹ ਵਿਚਾਰੇ ਘਰਾਂ 'ਚ ਬੈਠੇ ਨੇ। ਸੋ ਇੱਕ ਪਾਸੇ ਇਹ ਹੈ ਬੇਰੁਜ਼ਗਾਰੀ ਹੈ, ਦੂਜੇ ਪਾਸੇ ਕਰੋਨਾ ਦੀ ਮਾਰ ਹੈ। ਸੋ ਉਹਦੇ ਵਿਚਕਾਰ ਜਿਹੜੇ ਹੈਗੇ ਨੇ ਲੋਕ ਸਾਡੇ ਪੰਜਾਬ ਦੇ ਪਿਸ ਰਹੇ ਨੇ। ਸੋ ਇੱਥੋਂ ਵੀ ਜਿਹੜੀ ਹੈਗੀ ਆ ਸਰਕਾਰ ਇਸ ਵੇਲੇ ਮੁਨਾਫਾ ਕਮਾਉਣਾ ਚਾਹੁੰਦੀ ਹੈ। ਜਿਹੜੀ ਵੱਡੀ ਗੱਲ ਹੈ, ਜਿਹੜੇ ਕਿ ਬਲਬੀਰ ਸਿੰਘ ਸਿੱਧੂ ਹੋਰਾਂ ਤੇ ਵੱਡੇ ਦੋਸ਼ ਲੱਗ ਰਹੇ ਨੇ
ਉਹੀ ਲੱਗ ਰਹੇ ਨੇ ਕਿ ਤੁਸੀਂ ਅੱਜ ਦੇ ਇਸ ਦੌਰ ਦੇ ਵਿੱਚ, ਮਹਾਮਾਰੀ ਦੇ ਦੌਰ ਦੇ ਵਿੱਚ ਤੁਸੀਂ ਮੁਨਾਫਾ ਕਮਾ ਰਹੇ ਹੋ। ਔਰ ਬਲਬੀਰ ਸਿੰਘ ਸਿੱਧੂ ਸਾਹਿਬ ਇਹੀ ਕਹਿ ਰਹੇ ਨੇ ਕਿ ਮੈਂ ਤਾਂ ਭਾਈ, ਮੈਨੂੰ ਤਾਂ ਪਤਾ ਨਹੀਂ ਸੀ ਕਿ ਮੇਰੇ ਕੰਟਰੋਲ 'ਚ ਨਹੀਂ ਹੈ ਸਾਰੀਆਂ ਗੱਲਾਂ, ਮੈਨੂੰ ਤਾਂ ਇਹਦੇ ਬਾਰੇ ਕੁਝ ਨਹੀਂ ਜਾਣਕਾਰੀ। ਸੋ ਇਸ ਕਰਕੇ ਇਦਾਂ ਦੀਆਂ ਜਦੋਂ ਪੱਲੇ ਝਾੜਨ ਦੀਆਂ ਸਰਕਾਰਾਂ ਗੱਲ ਕਰਦੀਆਂ ਨੇ ਔਰ ਜ਼ਿੰਮੇਵਾਰੀ ਕੋਈ ਤੈਅ ਨਹੀਂ ਹੋ ਰਹੀ, ਤਾਂ ਲਾਜ਼ਮੀ ਤੌਰ ਤੇ ਇਹ ਜਿਹੜੀ ਹਫੜਾ ਦਫੜੀ ਹੈ ਸਮਾਜ ਦੇ ਵਿੱਚ ਜਾਂ ਪੰਜਾਬ ਦੇ ਵਿੱਚ, ਇਹ ਪੈਦਾ ਹੋਣੀ ਸੁਭਾਵਿਕ ਹੈ। ਸੋ ਇਸ ਵੇਲੇ ਇਹੀ ਗੱਲਾਂ ਹੋ ਰਹੀਆਂ ਨੇ, ਚਾਹੇ ਵੱਖ-ਵੱਖ ਪਾਰਟੀਆਂ, ਜਿਵੇਂ ਤੁਸੀਂ ਕਿਹਾ ਕਿ ਕੱਲ ਆਮ ਆਦਮੀ ਪਾਰਟੀ, ਅੱਜ ਅਕਾਲੀ ਦਲ ਜਿਹੜਾ ਹੈਗਾ ਇਹਦੇ ਖਿਲਾਫ ਜਿਹੜਾ ਹੈਗਾ ਸੰਘਰਸ਼ ਕਰ ਰਿਹਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੋਈ ਪਾਰਟੀ, ਕੱਲ ਬਸਪਾ ਵੱਲੋਂ ਵੀ ਜਿਹੜਾ ਹੈਗਾ ਵੱਡਾ ਬਿਆਨ ਇਸ ਦੇ ਖਿਲਾਫ ਆਇਆ ਸੀਗਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੱਖ-ਵੱਖ ਪਾਰਟੀਆਂ ਜਿਹੜੀਆਂ ਨੇ ਇਹਨਾਂ ਦੇ ਉੱਤੇ ਵੱਡੇ ਸਵਾਲ ਇਸ ਵੇਲੇ ਚੁੱਕ ਰਹੀਆਂ ਨੇ। ਔਰ ਕਿਉਂਕਿ ਹੁਣ ਇਲੈਕਸ਼ਨਾਂ ਦਾ ਮੂਡ ਦੇ ਵਿੱਚ ਪੰਜਾਬ ਚਲਾ ਗਿਆ ਹੈ, ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹਨਾਂ ਤੋਂ ਬਚਣ ਦੀ ਲੋੜ ਹੈ। ਸਗੋਂ ਇਸ ਵੇਲੇ ਦਾ ਲੋੜ ਇਹੀ ਸੀਗੇ ਕਿ ਮੁਫਤ ਜਿਹੜੀ ਹੈਗੀ ਹੈ ਕੋਵਿਡ ਜਿਹੜੀ ਵੈਕਸੀਨ, ਇਹ ਹੈ ਕੋਵੈਕਸੀਨ ਬਣੀ ਹੈ, ਇਹਨੂੰ ਤੁਸੀਂ ਮੁਫਤ ਲਾਉਣੀ ਚਾਹੀਦੀ ਸੀਗੀ। ਗਰੀਬਾਂ 'ਚ, ਪਿੰਡਾਂ 'ਚ, ਬਸਤੀਆਂ 'ਚ ਮੁਫਤ ਜਾ ਕੇ ਜਿਹੜਾ ਹੈਗੇ ਸੀ ਟੀਕੇ ਲਗਾਉਣੇ ਬਣਦੇ ਸੀਗੇ ਸਰਕਾਰ ਦੇ। ਪਰ ਇੱਥੇ ਤਾਂ ਬਿਲਕੁਲ ਉਲਟ ਗੱਲ ਦਿਖਾਈ ਦੇ ਰਹੀ ਹੈ। ਸਗੋਂ ਇਹਨਾਂ ਚੀਜ਼ਾਂ ਦੇ ਵਿੱਚੋਂ ਵੀ ਜਿਹੜਾ ਹੈਗਾ ਇਹਨੂੰ ਮੁਨਾਫਾਖੋਰੀ ਦਾ ਸਾਧਨ ਜਿਹੜਾ ਹੈਗਾ ਬਣਾਇਆ ਗਿਆ। ਔਰ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ, ਜਿੱਥੇ ਉਹ ਵੱਡੇ ਵੱਡੇ ਵਾਅਦੇ ਕਰਕੇ ਜਿਹੜੀ ਹੈਗਾ ਭੁੱਲ ਚੁੱਕੀ ਹੈ, ਉੱਥੇ ਇਦਾਂ ਦੇ ਜਿਹੜੇ ਨੇ ਇਦਾਂ ਦੀਆਂ ਕਾਰਵਾਈਆਂ ਜਿਹੜੀਆਂ ਨੇ ਉਹਨਾਂ ਨੂੰ ਉਲਟ ਪੈ ਸਕਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ। ਇਦਾਂ ਤੋਂ ਬਚਣ ਦੀ ਅਮਰਿੰਦਰ ਸਿੰਘ ਨੂੰ ਸਖਤ ਕਾਰਵਾਈ ਵੀ ਕਰਨ ਦੀ ਲੋੜ। ਬਲਬੀਰ ਸਿੰਘ ਸਿੱਧੂ ਕਹਿ ਚੁੱਕੇ ਆ ਕਿ ਇਹ ਜਿਹੜਾ ਮਹਿਕਮਾ, ਜਿਹੜਾ ਦਵਾਈ ਦੇਣ ਵਾਲਾ ਜਿਹੜਾ ਮਹਿਕਮਾ ਸੀ, ਉਹ ਮੇਰੇ ਕੋਲ ਨਹੀਂ ਗਏ, ਕਹਿੰਦੇ ਚੀਫ ਸੈਕਟਰੀ ਕੋਲੇ ਆ। ਤੇ ਫਿਰ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਰਵਾਈ ਕਰਨੀ ਬਣਦੀ ਹੈ ਕਿ ਤੁਸੀਂ ਭਾਈ ਕਿਸ ਤਰੀਕੇ ਦੇ ਨਾਲ ਇਦਾਂ ਕਰ ਸਕਦੇ ਹੋ ਲੋਕਾਂ ਦੇ ਨਾਲ। ਜੇ ਆਪਾਂ ਨੂੰ ਸਸਤੀ ਦਵਾਈ ਮਿਲ ਰਹੀ ਹੈ ਤਾਂ ਅਸੀਂ ਸਸਤੀ ਪ੍ਰੋਵਾਈਡ ਕਰਵਾਈਏ ਲੋਕਾਂ ਨੂੰ। ਤੁਸੀਂ ਹਸਪਤਾਲਾਂ ਨੂੰ ਮਹਿੰਗੀਆਂ ਵੇਚ ਕੇ ਤੇ ਉਹ ਹਸਪਤਾਲ ਅੱਗੋਂ ਹੋਰ ਵੀ ਮਹਿੰਗੀ ਜਿਹੜੀ ਕਰਕੇ ਲੋਕਾਂ ਨੂੰ ਦੇ ਰਹੇ ਨੇ, ਕਿਤੇ ਨਾ ਕਿਤੇ ਕਾਰਵਾਈ ਕਰਨੀ ਤਾਂ ਬਣਦੀ ਹੈ ਕੈਪਟਨ ਅਮਰਿੰਦਰ ਸਿੰਘ ਦੀ, ਚਾਹੇ ਉਹ ਮੰਤਰੀ ਤੇ ਹੋਵੇ ਤੇ ਚਾਹੇ ਉਹ ਕੋਈ ਚੀਫ ਸੈਕਟਰੀ ਜਾਂ ਕੋਈ ਹੋਰ ਅਫਸਰ ਹੋਵੇ। ਸੁਖਵਿੰਦਰ ਜੀ, ਦੇਖੋ, ਜਿੱਥੋਂ ਤੱਕ ਕਾਰਵਾਈ ਦਾ ਸੰਬੰਧ ਹੈ, ਕੈਪਟਨ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਘਪਲੇ ਸਾਹਮਣੇ ਆਏ। ਖਾਸ ਤੌਰ ਤੇ ਆਪਾਂ ਜਦੋਂ ਗੱਲ ਕਰਦੇ ਹਾਂ ਐਜੂਕੇਸ਼ਨ ਦੀ, ਤਾਂ ਉਹਦੇ ਵਿੱਚ ਲਗਭਗ 2 ਲੱਖ ਦਲਿਤ ਜਿਹੜੇ ਸਾਡੇ ਨੌਜਵਾਨ ਵਿਦਿਆਰਥੀ ਨੇ, ਉਹਨਾਂ ਦੇ ਇਸ ਵੇਲੇ ਜਿਹੜੇ ਨੇ ਸਰਟੀਫਿਕੇਟ ਨਹੀਂ ਦਿੱਤੇ ਜਾ ਰਹੇ। ਕਿਉਂ ਨਹੀਂ ਦਿੱਤੇ ਜਾ ਰਹੇ? ਕਿਉਂਕਿ ਉਹ ਦੋਸ਼ ਲਾਉਂਦੇ ਨੇ, ਜਿਹੜੇ ਪ੍ਰਾਈਵੇਟ ਕਾਲਜਿਸ ਨੇ ਜਾਂ ਸਕੂਲ ਨੇ, ਉਹ ਕਹਿੰਦੇ ਨੇ ਸਾਨੂੰ ਜਿਹੜੀ ਗਵਰਨਮੈਂਟ ਵੱਲੋਂ ਦਲਿਤ ਫੰਡ ਜਿਹੜਾ ਹੈਗਾ ਵਜ਼ੀਫਿਆਂ ਦਾ ਜਿਹੜਾ ਪੈਸਾ ਹੈ, ਉਹ ਸਾਨੂੰ ਅਜੇ ਤੱਕ ਨਹੀਂ ਮਿਲਿਆ। ਉਹ ਕਰੋੜਾਂ ਰੁਪਈਆ। ਔਰ ਉਹ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੰਤਰੀ ਧਰਮਸੋਤ ਹੋਰਾਂ ਦੇ ਉੱਤੇ ਵੀ ਕਈ ਜਿਹੜੇ ਨੇ ਸਵਾਲ ਉਠਾਏ ਗਏ ਕਿ ਉਹ ਜਿਹੜੇ ਨੇ ਉਹ ਘਪਲਾ ਕਰ ਗਏ। ਔਰ ਬਹੁਤ ਸਾਰੇ ਜਿਹੜੇ ਉਸ ਵੇਲੇ ਵੀ ਪ੍ਰਦਰਸ਼ਨ ਹੋਏ, ਬਹੁਤ ਸਾਰੀਆਂ ਉਸ ਵੇਲੇ ਵੀ ਜਿਹੜੀਆਂ ਸੀਗੀਆਂ ਕੋਠੀਆਂ ਘੇਰੀਆਂ ਗਈਆਂ, ਔਰ ਕੈਪਟਨ ਸਾਹਿਬ ਦੀ ਕੋਠੀ ਵੀ ਉਸ ਵੇਲੇ ਘੇਰੀ ਗਈ। ਉਦੋਂ ਵੀ ਉਹਨਾਂ ਨੇ ਕਿਹਾ ਕਿ ਬਿਲਕੁਲ ਕਿ ਮੇਰੇ ਮੰਤਰੀ ਦਾ ਬਿਲਕੁਲ ਪਾਕ ਸਾਫ਼ ਨੇ। ਸੋ ਇਸ ਕਰਕੇ ਇੱਥੋਂ ਵੀ ਜਦੋਂ ਤੁਹਾਨੂੰ ਲੱਗਦਾ ਹੈ ਕਿ ਜਦੋਂ ਇਦਾਂ ਦੀ ਗੱਲ ਹੋਏਗੀ ਤਾਂ ਉਹਨਾਂ ਨੇ ਇਹੀ ਗੱਲ ਕਹਿਣੀ ਆ ਕਿ ਮੇਰੇ ਮੰਤਰੀ ਤਾਂ ਬਿਲਕੁਲ ਬਹੁਤ ਪਾਕ ਸਾਫ਼ ਨੇ, ਇਦਾਂ ਦਾ ਕੰਮ ਕਰ ਹੀ ਨਹੀਂ ਸਕਦੇ। ਘਪਲੇ ਸਾਹਮਣੇ ਆਏ, ਹਾਲਾਂਕਿ ਇਹ ਜਾਂਚ ਦਾ ਵਿਸ਼ਾ ਕਿ ਘਪਲੇ ਕੀਤੇ ਨੇ, ਦੋਸ਼ ਤਾਂ ਲੱਗਦੇ ਰਹੇ। ਬਿਲਕੁਲ ਦੋਸ਼, ਦੇਖੋ, ਮੈਂ ਉਹੀ ਕਹਿਣਾ ਕਿ ਇੱਕ ਜਿਹੜਾ ਮੁੱਖ ਮੰਤਰੀ ਹੁੰਦਾ ਹੈ, ਉਹਦਾ ਕੰਮ ਹੁੰਦਾ ਹੈ ਕਿ ਜਿਹੜੇ ਵੀ ਦੋਸ਼ ਲੱਗਣ ਉਹਦੀ ਇਨਕੁਆਇਰੀ ਕਰਾਵੇ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ। ਔਰ ਲੋਕਾਂ ਦੇ ਸਾਹਮਣੇ ਜੇ ਕੋਈ ਸਵਾਲ ਉੱਠ ਰਹੇ ਨੇ ਇਸ ਵੇਲੇ, ਚਾਹੇ ਉਹ ਵਜ਼ੀਫਿਆਂ ਦੀ ਗੱਲ ਹੋਵੇ ਪਿਛਲੇ ਦਿਨਾਂ ਦੇ ਵਿੱਚ, ਚਾਹੇ ਅੱਜ ਕੋਵਿਡ ਵੈਕਸੀਨ ਦੀ ਗੱਲ ਹੋਵੇ, ਔਰ ਇਸ ਕਰਕੇ ਇਦਾਂ ਦੇ ਜੇ ਸਵਾਲ ਉੱਠਦੇ ਨੇ ਤਾਂ ਲਾਜ਼ਮੀ ਤੌਰ ਤੇ ਦੇਖੋ ਧੂਆਂ ਉੱਠਦਾ ਤਾਂ ਕਿਤੇ ਨਾ ਕਿਤੇ ਅੱਗ ਤਾਂ ਮਚ ਰਹੀ ਹੈ। ਤਾਂ ਇਹਦੀ ਇਨਕੁਆਇਰੀ ਜਿਹੜੀ ਹੈਗੀ ਹੈ ਇਹ ਫਰਜ਼ ਹੁੰਦਾ ਹੈ ਕਰਾਉਣ ਦਾ। ਔਰ ਜੇ ਇਨਕੁਆਇਰੀ ਨਹੀਂ ਕਰਾਉਂਦੇ, ਇਦਾਂ ਹੀ ਉਹ ਬਿਆਨ ਦੇਣਗੇ ਕਿ ਇਹ ਤਾਂ ਸਭ ਕੁਝ ਠੀਕ ਠਾਕ ਚੱਲ ਰਿਹਾ, ਤਾਂ ਮੈਨੂੰ ਲੱਗਦਾ ਹੈ ਕਿ ਲੋਕਾਂ ਦਾ ਵਿਸ਼ਵਾਸ ਇਸ ਸਰਕਾਰ ਤੋਂ, ਖਾਸ ਤੌਰ ਤੇ ਕੈਪਟਨ ਸਾਹਿਬ ਤੋਂ, ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਉੱਠੇਗਾ। ਔਰ ਜਿਵੇਂ ਆਪਾਂ ਨੇ ਪਹਿਲਾਂ ਗੱਲਾਂ ਕੀਤੀਆਂ ਨੇ ਕਿ ਕੈਪਟਨ ਸਾਹਿਬ ਦਾ ਜਿਹੜਾ ਗ੍ਰਾਫ ਹੈ ਔਰ ਜਿਸ ਕਿਸਮ ਦੀ ਉਹਨਾਂ ਦੀ ਕਾਰਜਸ਼ੈਲੀ ਰਹੀ ਹੈ 4.5 ਸਾਲਾਂ ਦੇ ਵਿੱਚ, ਜਿਵੇਂ ਆਪਾਂ ਪਹਿਲਾਂ ਗੱਲਾਂ ਕੀਤੀਆਂ ਨੇ, ਉਹ ਬਹੁਤੀ ਕੋਈ ਚੰਗੀ ਕਾਰਜਸ਼ੈਲੀ ਨਹੀਂ ਰਹੀ। ਔਰ ਆਉਣ ਵਾਲੇ ਜਿਹੜੇ 6 ਮਹੀਨੇ ਨੇ, 6-7 ਮਹੀਨੇ ਨੇ, ਉਹਨਾਂ ਦੇ ਵਿੱਚ ਵੀ ਕੋਈ ਜ਼ਿਆਦਾ ਸੰਭਾਵਨਾਵਾਂ ਨਹੀਂ ਲੱਗ ਰਹੀਆਂ ਕਿ ਉਹ ਆਪਣੀ ਸ਼ੈਲੀ ਨੂੰ ਬਦਲਣਗੇ, ਆਪਣੇ ਸਟਾਈਲ ਨੂੰ ਬਦਲਣਗੇ। ਉਹੀ ਸਟਾਈਲ ਜੋ ਪਿਛਲੇ 4.5 ਸਾਲ ਦਾ ਰਿਹਾ, ਉਹੀ ਸਟਾਈਲ ਅਗਲੇ 6 ਮਹੀਨਿਆਂ ਦਾ ਰਹੇਗਾ। ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਕੈਪਟਨ ਸਾਹਿਬ ਨੂੰ ਜਿਹੜਾ ਹੈਗਾ ਜ਼ਰੂਰ ਆਪਣੀ ਕਾਰਜਸ਼ੈਲੀ ਤੇ ਇਸ ਵੇਲੇ ਨਜ਼ਰਸਾਨੀ ਕਰਨੀ ਚਾਹੀਦੀ ਹੈ। ਸੁਖਿੰਦਰ ਜੀ, ਬਿਲਕੁਲ। ਡਾਕਟਰ ਸਾਹਿਬ ਜੀ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ।
ਰਾਜਸਥਾਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਸ ਪੂਰੇ ਮਸਲੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ, ਵਿਚਾਰ ਚਰਚਾ ਕੀਤੀ ਗਈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਜਿਹੜੇ ਵਿਚਾਰ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।